मैं 1992 ਚ ਆਰਮੀ ਚੋਂ ਰਿਟਾਇਰ ਹੋ ਕੇ ਤੇ ਮੈਂ ਸ਼ੌਕ ਰੱਖਦਾ ਸਾਂ। ਮੈਨੂੰ ਮੇਰੇ ਭਰਾਵਾਂ 6 ਮੱਝਾਂ ਦੇਤੀਆਂ ਮੇਰੇ ਹਿੱਸੇ ਦੀਆਂ। ਉਸ ਤੋਂ ਬਾਅਦ ਮੈਨੂੰ ਸ਼ੌਕ ਹੋ ਗਿਆ, ਫਿਰ ਮੈਂ ਜ਼ਿਆਦਾ ਮੱਝਾਂ ਆਪੇ ਖਰੀਦ ਕੇ ਤੇ ਹੁਣ ਮੇਰੇ ਕੋਲ ਤਕਰੀਬਨ 13-14 ਮੱਝਾਂ ਨੇ। अस्सलाम वालेकुम। वालेकुम सलाम जी। सर की नाम अपना? रोशनदीन जी। रोशनदीन साहब किन्नी देर तो मज्जां पे रखदे हो? तकरीबन 15-18 साल तो। माशाल्लाह 15-18 साल तुहाडे किंज दे गुजरे? बहुत अच्छे गुजरे जी। की समझदे हो ये काम करना चंगा है या नहीं? नहीं जी, चंगा है, जिहड़ा कर सकदा ਉਹਦੇ ਵਾਸਤੇ ਚੰਗਾ ਹੈ। ਉਹਦੇ ਵਾਸਤੇ ਚੰਗਾ ਹੈ। ਹਾਂਜੀ। ਤੇ ਜਿਹੜਾ ਨਾ ਕਰ ਸਕਦਾ ਉਹ ਨਾ ਰੱਖੇ। ਅੱਛਾ। ਹਾਂਜੀ। ਤੇ ਇਸ ਟਾਈਮ ਤੁਹਾਡੇ ਕੋਲ ਹੁਣ ਤਕਰੀਬਨ 12-13 ਮੱਝਾਂ ਨੇ। 12-13 ਮੱਝਾਂ ਨੇ। ਹਾਂਜੀ। ਤੇ ਜਦੋਂ ਸ਼ੁਰੂ ਕੀਤਾ ਸੀ ਕਿੰਨੇ ਜਾਨਵਰਾਂ ਤੋਂ ਕੀਤਾ ਸੀ? 6 ਜਾਨਵਰਾਂ ਤੋਂ। 6 ਤੋਂ? ਹਾਂਜੀ। ਘਰ ਦੀਆਂ ਜਾਂ ਮੁੱਲ ਖਰੀਦੀਆਂ ਹਨ? ਨਹੀਂ, 4 ਘਰ ਦੀਆਂ ਸਨ, 2 ਮੁੱਲ ਖਰੀਦੀਆਂ ਸਨ। ਮੁੱਲ ਖਰੀਦੀਆਂ ਸਨ। ਹਾਂਜੀ। ਤੇ ਇਹ ਉਹਨਾਂ ਤੋਂ ਵਧਾਏ ਨੇ ਕਿ ਆ ਕੋਈ ਨਵੀਆਂ ਖਰੀਦੀਆਂ ਜੇ ਫੇਰ? ਨਹੀਂ, ਵਿੱਚ ਹੋਰ ਵੀ ਪਾਈਆਂ ਨੇ। ਹੋਰ ਵੀ ਪਾਈਆਂ ਨੇ? ਹਾਂਜੀ। ਅੱਛਾ, 15-16 ਮੱਝਾਂ ਕਿਹੜੀ ਨਸਲ ਦੀਆਂ ਰੱਖਦੇ ਹੋ? ਪਹਿਲੇ ਤੇ ਅਸੀਂ ਆਰਫ ਵਾਲੇ ਤੋਂ ਵੀ ਲਿਆਂਦੇ ਰਹੇ ਹਾਂ। ਅੱਛਾ। ਤੇ ਕੁਝ ਮੱਝਾਂ ਅੱਜ ਤੋਂ 3-4 ਸਾਲ ਪਹਿਲੇ 2 ਚੀਚਾ ਬਦਨੀ ਤੋਂ ਲਿਆਏ ਸਾਂ। ਠੀਕ ਹੈ। ਉਸ ਤੋਂ ਬਾਅਦ 1-2 ਮੱਝ ਜਿਹੜੀ ਉਹ ਵਪਾਰੀਆਂ ਕੋਲੋਂ ਖਰੀਦੀ ਸੀ, ਨੀਲੀ ਦੀ। ਨੀਲੀ ਦੀ? ਹਾਂਜੀ। ਤੇ ਸਭ ਤੋਂ ਚੰਗੀ ਨਸਲ ਜਿਹੜੀ ਉਹ ਕਿਹੜੀ ਨਸਲ ਸਮਝਦੇ ਹੋ ਤੁਸੀਂ? ਅਸੀਂ ਤੇ ਨਸਲ ਇਹ ਹੀ ਸਮਝਦੇ ਆ ਵੀ ਜਿਹੜੀ ਆਰਫ ਵਾਲੀ ਦੀ ਨਸਲ ਹੈ ਇਹ ਚੰਗੀ ਹੈ। ਸਭ ਤੋਂ ਚੰਗੀ ਹੈ? ਹਾਂਜੀ। ਕਿਸ ਲਿਹਾਜ਼ ਨਾਲ ਇਹਨੂੰ ਚੰਗਿਆ ਸਮਝਦੇ ਹੋ? ਸੀਲ ਸਾ ਹੁੰਦੀ ਹੈ ਕਿ ਜਾਂ ਦੁੱਧ ਬੜਾ ਦਿੰਦੀ ਹੈ? ਨਹੀਂ, ਇਹ ਦੁੱਧ ਵੀ ਚੰਗਾ ਦਿੰਦੀਆਂ ਨੇ। ਹਾਂਜੀ। ਤੇ ਦੂਸਰਾ ਉਂਝ ਵੀ ਸੀਲ ਸਾਊ ਹੁੰਦੀਆਂ ਨੇ। ਅੱਛਾ। ਹਾਂਜੀ। ਅੱਛਾ, ਤੁਸੀਂ ਆਪਣੇ ਡੇਰੇ ਤੇ ਇੱਕ ਮੱਝ ਨੂੰ ਕਿੰਨੀ ਦੇਰ ਕੋਲ ਰੱਖਦੇ ਹੋ? ਤਕਰੀਬਨ ਅਸੀਂ ਕੋਲ ਹੀ ਰੱਖਨੇ ਆ, ਕਿਤੇ ਸ਼ਾਦੋ ਨਾਦਲ ਵੇਚ ਲਿਓ, ਕੋਈ ਜ਼ਰੂਰਤ ਬਣ ਜੇ ਤੇ ਵੇਚੀਦਾ, ਨਹੀਂ ਤੇ ਅਸੀਂ ਜ਼ਿਆਦਾਤਰ ਇਹਨਾਂ ਦਾ ਦੁੱਧ ਵੇਚਨੇ ਆ। ਦੁੱਧ ਵੇਚਦੇ ਹੋ? ਹਾਂਜੀ। ਆਪਣੇ ਡੇਰੇ ਦੀ ਜਗ੍ਹਾ ਕਿੰਨੀ ਹੈ ਇਹ ਤੇ ਸਾਨੂੰ ਦੱਸ ਦਿਓ। ਤਕਰੀਬਨ 1.25 ਕਨਾਲ ਹੈ। 1.25 ਕਨਾਲ ਦੇ ਵਿੱਚ ਸਿਰਫ 15-16 ਹੀ ਮੱਝਾਂ ਰੱਖੀਆਂ ਜਾ ਸਕਦੀਆਂ ਨੇ ਜਾਂ ਹੋਰ ਵੀ ਰੱਖੀਆਂ ਜਾ? ਨਹੀਂ, ਹੋਰ ਵੀ 2-4 ਹੋਣ ਤੇ ਰੱਖੀਆਂ ਜਾ ਸਕਦੀਆਂ ਨੇ। ਅੱਛਾ। ਤੇ 15-16 ਕਿੰਨੇ ਬੰਦੇ ਸਾਂਭਦੇ ਪਏ ਇਹਨਾਂ ਨੂੰ? ਅਸੀਂ 3 ਬੰਦੇ ਸੰਭਾਲਨੇ ਪਿਆ, ਇੱਕ ਮੇਰਾ ਬੇਟਾ ਤੇ ਇੱਕ ਮੇਰਾ ਪੋਤਰਾ ਹੈ। ਅੱਛਾ, ਇਹ ਪੋਤਾ ਹੈ ਤੁਹਾਡਾ? ਹਾਂਜੀ। ਇਹਨੂੰ ਵੀ ਮੱਝਾਂ ਦਾ ਸ਼ੌਕ ਹੈ? ਹਾਂਜੀ। ਇਹ ਕਰੂੰ ਦਾ ਇਸ ਕੰਮ 'ਚ ਵੜਿਆ ਜੇ? ਇਹ ਤਕਰੀਬਨ ਸਾਲ ਹੋ ਗਿਆ। ਸਾਲ ਹੋ ਗਿਆ? ਹਾਂਜੀ। ਠੀਕ ਹੈ। ਇਹ ਕਿੰਨਾ ਕੁ ਜਾਣ ਗਿਆ ਮੱਝਾਂ ਨੂੰ? ਤਕਰੀਬਨ ਬਹੁਤਾ ਨਹੀਂ ਤੇ ਚਲੋ ਥੋੜਾ ਬਹੁਤਾ ਤੇ ਜਾਣਦਾ ਹੀ ਹੈ। ਥੋੜਾ ਬਹੁਤਾ ਜਾਣਦਾ? ਹਾਂ, ਧਾਰ ਵੀ ਕੱਢਦਾ। ਧਾਰ ਕੱਢ ਲੈਂਦਾ? ਹਾਂ। ਧਾਰ ਕੱਢਣਾ ਕਿੰਨੀ ਦੇਰ 'ਚ ਸਿੱਖ ਜਾਂਦਾ ਬੰਦਾ? ਸਿੱਖ ਜਾਂਦਾ ਤਕਰੀਬਨ ਕੋਈ 2-3 ਹਫ਼ਤੇ 'ਚ, ਅਗਰ ਸਵਲਟ ਬੰਦਾ ਹੋਵੇ ਸਹੀ ਤੇ ਉਹ 2-3 ਹਫ਼ਤੇ 'ਚ ਸਵਲਟ ਹੋ ਜਾਂਦਾ। ਠੀਕ ਹੈ। ਅੱਛਾ, ਤੁਸੀਂ ਡੇਰੇ ਤੇ ਮੱਝਾਂ ਪਾਲੀਆਂ ਨੇ, ਸੋਹਣੀਆਂ ਤੇ ਸੁਨੱਖੀਆਂ ਮੱਝਾਂ ਨੇ ਤੁਹਾਡੇ ਕੋਲ। ਹਾਂਜੀ। ਇਹਨਾਂ ਕੋਲ ਦੁੱਧ ਲੈਣ ਵਾਸਤੇ ਕੋਈ ਵੰਡਾ ਵੀ ਪਾਉਂਦੇ ਹੋ ਜਾਂ ਸਿਰਫ ਪੱਠਿਆਂ ਤੇ ਰੱਖੀਆਂ ਜੀ? ਨਹੀਂ, ਇਹ ਵੰਡਾ ਪਾਉਂਦੇ ਆ, KB ਵੰਡਾ ਪਾਉਂਦੇ ਆ ਜੀ। ਤੇ ਬਾਕੀ ਅਸੀਂ ਪੱਠੇ ਪਾਉਂਦੇ ਆ ਆਪਣੇ ਘਰ ਦੇ ਨਾਲ, ਜ਼ਮੀਨ ਸਾਡੀ ਘਰ ਦੀ ਹੈ। KB ਵੰਡਾ ਇੱਕ ਮੈਂ ਨੂੰ ਕਿੰਨਾ ਕੁ ਪਾਹੜਦੇ ਹੋ? ਤਕਰੀਬਨ ਜਿਹੜੀਆਂ ਦੇ ਪਹਾੜੇ ਤੇ ਚੋਂਦੀਆਂ ਉਹਨਾਂ ਨੂੰ 2 ਟਾਈਮ ਪਾਉਂਦੇ ਆ। ਉਹਨਾਂ ਨੂੰ ਤਕਰੀਬਨ ਅਸੀਂ ਘੱਟ ਤੋਂ ਘੱਟ ਵੀ ਪਾਈਏ ਤੇ 6-7 ਕਿਲੋ ਪਾਉਂਦੇ ਆ 2 ਟਾਈਮ। 6-7 ਕਿਲੋ ਵੰਡਾ ਕਦੇ ਸੋਚਿਆ ਕਿੰਨੇ ਕੁ ਦਾ ਬਣਦਾ? ਅਸਾਂ ਤੇ ਨਹੀਂ ਇਹ ਅੰਦਾਜ਼ਾ ਲਾਇਆ, ਲੇਕਿਨ ਦੁੱਧ ਦੇ ਹਿਸਾਬ ਨਾਲ ਠੀਕ ਹੀ ਹੈ। ਅੱਛਾ। ਹਾਂ। 6-7 ਕਿਲੋ ਵੰਡਾ ਖਾ ਕੇ ਮੱਝ ਦੁੱਧ ਕਿੰਨਾ ਕਰ ਛੱਡਦੀ ਹੈ? ਮੱਝ 13-14 ਕਿਲੋ ਕਰ ਸਕਦੀ ਹੈ। ਮਾਸ਼ਾਅੱਲਾ, 13-14 ਕਿਲੋ। ਹਾਂਜੀ। ਵੰਡਾ ਨਾ ਪਾਓ ਤੇ ਫੇਰ ਕਿੰਨਾ ਕਰੇਗੀ? ਫੇਰ ਆ ਜਾਂਦੀ ਹੈ ਤਕਰੀਬਨ 9-10 ਕਿਲੋ ਤੇ, ਯਾਨੀ 4-5 ਕਿਲੋ ਦਾ ਵੰਡੇ ਨਾਲ ਫਰਕ ਪੈਂਦਾ। ਹਾਂਜੀ। ਅੱਛਾ, ਕਾਫੀ ਸਾਰੇ ਲੋਕਾਂ ਕੋਲ ਅਸੀਂ ਸੁਣਿਆ ਕਿ ਵੰਡਾ ਪਾਓ ਤੇ ਮੱਝ ਦੇ ਦੁੱਧ 'ਚ ਮਕਾਰ ਆਉਂਦੀ ਹੈ, ਗੱਲ ਸੱਚੀ ਹੈ ਜਾਂ ਝੂਠੀ ਹੈ? ਨਹੀਂ, ਇਹ ਆਖਦੇ ਤੇ ਸੱਚੀ ਨੇ, ਲੇਕਿਨ ਸਾਨੂੰ ਤੇ ਮਹਿਸੂਸ ਨਹੀਂ ਹੁੰਦਾ, ਕਿਉਂਕਿ ਅਸੀਂ ਤੇ ਰੂਟੀਨ ਨਾਲ ਹੀ ਪੀਣਿਆ ਖਾਂਦੇ ਆ, ਸਾਨੂੰ ਨਹੀਂ ਮਹਿਸੂਸ ਹੁੰਦਾ ਹੈ। ਅੱਛਾ। ਹਾਂ। ਯਾਨੀ ਵੰਡੇ ਦੀ ਕਿਸਮ ਹੁੰਦੀ ਹੈ ਕੋਈ ਕਿ ਜਾਂ ਸਿਰਫ ਗੱਲ ਬਣੀ ਦੀ ਹੈ ਕਿ? ਨਹੀਂ, ਇਹ ਵੰਡੇ ਦੀ ਕਿਸਮ ਹੁੰਦੀ ਹੈ। ਅੱਛਾ, ਚੰਗਾ ਵੰਡਾ ਪਾਓ ਤੇ ਫੇਰ ਨਹੀਂ ਆਏਗੀ? ਹਾਂ। ਨਹੀਂ, ਆਂਦੀ ਹੈ, ਲੇਕਿਨ ਪਹਿਲੇ ਲੋਕ ਖਲ ਪਾਉਂਦੇ ਸਨ, ਖਲ 'ਚ ਬੜੀ ਮਿਲਾਵਟ ਹੁੰਦੀ ਸੀ ਜੀ, ਤੇ ਦੁੱਧ ਉਹਦੇ ਨਾਲ ਘੱਟ ਦਿੰਦੇ। ਜਿਹੜੀ ਮੱਝ 10 ਕਿਲੋ ਦੁੱਧ ਦਿੰਦੀ ਆ, ਉਹ ਵੰਡੇ ਨਾਲ 12 ਕਿਲੋ ਦਿੰਦੀ ਹੈ। ਵੰਡੇ ਦਾ ਇਹ ਫਰਕ ਹੈ? ਹਾਂਜੀ। ਅੱਛਾ, ਇੱਕ ਮੱਝ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਵੰਡਾ ਕਿੰਨਾ ਕੁ ਪਾਉਣਾ ਚਾਹੀਦਾ ਜਿਹੜਾ ਮੱਝ ਨੂੰ ਨੁਕਸਾਨ ਨਾ ਪਹੁੰਚਾਏ, ਫਾਇਦਾ ਹੀ ਦੇ? 8 ਕਿਲੋ ਪਾਉਣਾ ਚਾਹੀਦਾ। 8 ਕਿਲੋ ਇੱਕ ਮੱਝ ਬਰਦਾਸ਼ਤ ਕਰ ਲੈਂਦੀ ਹੈ? ਹਾਂ, ਕਰ ਲੈਂਦੀ ਹੈ, ਲੇਕਿਨ ਉਸ ਮੱਝ ਨੂੰ ਪਾਉਣਾ ਜਿਸ ਮੱਝ ਦੇ ਥੱਲੇ ਦੁੱਧ 14 ਕਿਲੋ ਹੈ। 14 ਕਿਲੋ ਹੈ? ਹਾਂਜੀ। 8 ਕਿਲੋ ਪਾਵਾਂਗੇ ਤੇ 14 ਤੋਂ ਕਿੱਥੇ ਟੁਰ ਜਾਏਗੀ ਉਹ? ਇਹ 15-16 ਤੱਕ ਜਾਏਗੀ। 2 ਕਿਲੋ ਦੇ ਫਰਕ ਪਏਗਾ? ਹਾਂ। ਤੇ 2 ਕਿਲੋ ਦਾ ਫਰਕ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡੀ ਮੱਝ ਨੇ ਸਭ ਤੋਂ ਜ਼ਿਆਦਾ ਦੁੱਧ ਕਿੰਨਾ ਕੁ ਦਿੱਤਾ? ਸਾਡੇ ਕੋਲ ਤੇ ਜਿਹੜੇ ਮੱਝ ਨੇ ਜ਼ਿਆਦਾ ਦੁੱਧ ਤਾਂ ਸਿਰਫ 14-15 ਕਿਲੋ, ਜ਼ਿਆਦਾ ਨਹੀਂ ਦਿੱਤਾ ਕਿਸੇ ਨੇ। ਇਸ ਤੋਂ ਜ਼ਿਆਦਾ ਨਹੀਂ ਦਿੱਤਾ? ਨਹੀਂ। ਮੱਝਾਂ ਖਰੀਦਦੇ ਹੋ ਤੁਸੀਂ?
ਖਰੀਦਨੇ ਵੀ ਹਾਂ ਤੇ ਜ਼ਰੂਰਤ ਬਣ ਜੇ ਤੇ ਦੇ ਵੀ ਲੈਨੇ ਆ। ਮੱਝ ਜਿਹੜੀ ਖਰੀਦਦੇ ਹੋ ਕਿਹੜੀ ਨਸਲ ਦੀ ਤੇ ਕਿਹੜੀ ਉਮਰ 'ਚ ਖਰੀਦਦੇ ਹੋ ਮੱਝ? ਮੱਝ ਅਸੀਂ ਖਰੀਦਨੇ ਆ ਪਹਿਲਣ। ਹਾਂ, ਮਤਲਬ ਇਹ ਛਿੱਗੀ ਮੂੰਹ ਤੋਂ ਹੋਵੇ, ਕਈ ਚੌਗੀਆਂ ਵੀ ਹੁੰਦੀਆਂ ਨੇ। ਪਹਿਲਣ ਖਰੀਦਣ ਦਾ ਕੋਈ ਖਾਸ ਮਕਸਦ? ਵੀ ਯਾਰ ਅਸਾਂ ਜ਼ਿਆਦਾ ਅਰਸਾ ਰੱਖਣਾ ਹੁੰਦਾ ਤੇ ਇਸ ਵਾਸਤੇ ਯਾਰ ਜੰਗ ਉਮਰ ਚ ਹੋਵੇ ਤੇ ਉਹ ਸਾਨੂੰ ਅੱਛੀ ਰਹਿੰਦੀ ਹੈ। ਹਾਂ। ਅੱਛਾ, ਪਹਿਲਣ ਮੱਝ ਜਿਹੜੀ ਹੈ ਉਹ ਬਹੁਤਾ ਦੁੱਧ ਦਿੰਦੀ ਹੈ ਕਿ ਜਾਂ ਦੂਸਰੀਆਂ ਮੱਝਾਂ ਜਿਹੜੀਆਂ ਨੇ ਦੂਸਰੇ ਤੀਸਰੇ ਸੂਏ? ਨਹੀਂ, ਦੂਸਰੇ ਤੀਸਰੇ ਸੂਏ ਵਾਲੀ ਮੱਝ ਜਿਹੜੀ ਆ ਉਹ ਦੁੱਧ ਜ਼ਿਆਦਾ ਦਿੰਦੀ ਹੈ। ਮੱਝ ਨੂੰ ਕਿੰਨੇ ਕੁ ਸੂਏ ਕੋਲ ਰੱਖ ਲੈਣਾ ਚਾਹੀਦਾ ਜਿਹੜਾ ਲੋਕਾਂ ਦੁੱਧ ਵਾਸਤੇ ਰੱਖਣੀਆਂ ਨੇ? ਕਮ ਸੋ ਕਮ 4-5 ਸੂਏ ਜਿਹੜਾ ਉਹ ਰੱਖਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਵੇਚਣੋ? ਹਾਂ, ਉਸ ਤੋਂ ਬਾਅਦ ਵੇਚ ਲਈਦੀ। ਜਿੰਨੇ ਦੀ ਖਰੀਦੀ ਹੈ ਉਹਨੇ ਦੀ ਵਿਕ ਜਾਏਗੀ ਜਾਂ ਘੱਟ? ਨਹੀਂ, ਜੇ ਤੇ ਉਹ ਦੁੱਧ ਸ਼ੁੱਧ ਦੇ ਥੱਲੇ ਠੀਕ ਹੋਵੇ, ਤਾਜ਼ੀ ਸੂਈ ਦੀ ਹੋਵੇ ਤੇ ਫਿਰ ਤੇ ਉਹ ਉਹਨੇ ਦੀ ਵਿਕ ਜਾਂਦੀ ਹੈ। ਲੇਕਿਨ ਬਾਜ਼ ਔਕਾਤ ਐਸਾ ਹੁੰਦਾ ਕਿ ਥੋੜੀ ਰਕਮ ਦੀ ਲਈਦੀ ਆ, ਅੱਗੇ ਖਰੇ ਮੌਸਮ ਚ ਆ ਜਾਏ ਤੇ ਉਹ ਉਸ ਤੋਂ ਵੀ ਜ਼ਿਆਦਾ ਪੈਸੇ ਦੇ ਜਾਂਦੀ ਹੈ। ਯਾਨੀ ਚੰਗੀ ਵੀ ਵਿਕ ਸਕਦੀ ਹੈ ਤੇ ਘੱਟ ਵੀ ਜਾਂਦੀ ਹੈ। ਹਾਂਜੀ, ਇਹ ਮੌਸਮ ਦੇ ਹਿਸਾਬ ਨਾਲ ਹੁਣ ਜਿਹੜਾ ਮੌਸਮ ਹੁਣ ਆਇਆ ਦਾ ਵਕਤੀ ਤੌਰ ਤੇ, ਹੁਣ ਜਿਹੜੀ ਮੱਝ ਆ ਉਹ ਇਹ ਜਿਹੜੀ ਝੋਟੀ ਹੈ ਮੇਰੀ, ਇਹਦਾ ਮੈਨੂੰ 2.5 ਲੱਖ ਰੁਪਈਆ ਹੁੰਦਾ। 2.5 ਲੱਖ ਰੁਪਈਆ? 2.5 ਲੱਖ ਰੁਪਈਆ ਲਈ ਕਿੰਨੇ ਦੀ ਸੀ? ਹਾਂਜੀ, ਨਹੀਂ ਮੇਰੇ ਘਰ ਦੀ ਹੈ। ਘਰ ਦੀ ਹੈ? ਹਾਂਜੀ। ਯਾਨੀ ਚੰਗਾ ਮਾਸ਼ਾਅੱਲਾ ਰੇਟ ਲੱਗਦਾ ਹੈ? ਹਾਂਜੀ। ਸੂਈ ਦੀ ਹੈ? ਸੂਈ ਦੀ ਹੈ। ਕਿੰਨਾ ਦੁੱਧ ਕਰਦੀ ਹੈ ਇਹ? ਦੁੱਧ ਤਕਰੀਬਨ ਕਰਦੀ ਹੈ, ਜਾਰ ਨੂੰ ਛੱਡ ਕੇ ਅਗਲੇ ਥਣ 2 ਪਲਾ ਕੇ ਤੇ 12 ਕਿਲੋ ਦੁੱਧ ਕਰਦੀ ਹੈ। ਮਾਸ਼ਾਅੱਲਾ। ਅੱਛਾ, 12 ਕਿਲੋ ਦੁੱਧ ਕਰਦੀ ਹੈ ਵੰਡੇ ਤੋਂ ਬਗੈਰ ਜਾਂ ਵੰਡੇ ਨਾਲ? ਨਹੀਂ, ਵੰਡਾ ਪਾਣੇ ਆ। ਵੰਡਾ ਪਾ ਕੇ? ਹਾਂ। ਤੁਸੀਂ ਮੌਸਮ ਦਾ ਨਾਂ ਲਿਆ, ਮੌਸਮ ਮੱਝਾਂ ਵਾਸਤੇ ਕਿਹੜਾ ਸਮਝਦੇ ਹੋ ਕਿ ਚੰਗਾ ਮੌਸਮ ਹੁੰਦਾ? ਇਹ ਜਿਹੜਾ ਹੁਣ ਮੌਸਮ ਚੱਲਦਾ ਪਿਆ, ਇਹ ਸਭ ਤੋਂ ਅੱਛਾ ਮੌਸਮ ਇਹ ਹੈ। ਯਾਨੀ ਨਾ ਹੋਏ ਸਰਦੀ ਤੇ ਨਾ ਹੋਏ ਗਰਮੀ? ਨਾ ਹੋਏ ਗਰਮੀ। ਤੇ ਗਰਮੀਆਂ 'ਚ ਮੱਝ ਦਾ ਕੀ ਹਾਲ ਹੁੰਦਾ ਹੈ? ਦੁੱਧ ਘਟਾਉਂਦੀ ਹੈ ਜਾਂ ਵਧਾਉਂਦੀ ਹੈ? ਨਹੀਂ, ਘਟਾਉਂਦੀ ਹੈ। ਤੇ ਸਰਦੀਆਂ 'ਚ? ਸਰਦੀਆਂ 'ਚ ਦੁੱਧ ਵਧਾਉਂਦੀ ਹੈ। ਦੁੱਧ ਵਧਾਉਂਦੀ ਹੈ? ਹਾਂਜੀ। ਤੇ ਮੱਝਾਂ ਪਾਲਣੀਆਂ ਗਰਮੀਆਂ 'ਚ ਸੌਖੀਆਂ ਨੇ ਜਾਂ ਸਰਦੀਆਂ 'ਚ ਸੌਖੀਆਂ ਨੇ? ਨਹੀਂ, ਦੋਏ ਮੌਸਮ ਨੇ ਤਕਲੀਫ 'ਚ ਹੁੰਦੀ ਹੈ। ਜਿਹੜਾ ਬੰਦਾ ਉਹਨਾਂ ਨੂੰ ਰੁਟੀਨ ਨਾਲ ਨਹਾਲਦਾ, ਸਾਫ ਜ਼ਾਹਿਰ ਉਹਦਾ ਟਾਈਮ ਤੇ ਲੱਗਦਾ ਜੀ। ਹਾਂ। ਅੱਛਾ, ਨਹਾਲਣ ਦਾ ਤੁਸੀਂ ਨਾਂ ਲਿਆ, ਗਰਮੀਆਂ 'ਚ ਕੀ ਪ੍ਰੋਸੈਸ ਰੱਖਿਆ ਦਾ ਇਹ ਨਹਾਲਣ ਦਾ? ਅਸੀਂ ਅਕਸਰ ਲੋਕਾਂ ਨੇ ਕੋਈ ਛੋਟੇ ਮੋਟੇ ਤਲਾਬ ਵਗੈਰਾ ਬਣਾਏ ਦੇ ਨੇ, ਤੇ ਤੁਸੀਂ ਕੋਈ ਵੀ ਨਹੀਂ, ਤੁਸੀਂ ਕਿਸ ਤਰ੍ਹਾਂ ਨਹਾਲਦੇ ਹੋ? ਅਸੀਂ ਪੰਪ ਚਲਾਉਂਦੇ ਆ ਤੇ ਇਹ ਬੱਚਾ ਛੱਡੀ ਜਾਂਦਾ, ਵੱਡਾ ਮੋੜਾ ਮੇਰਾ ਨਹਾਲੀ ਜਾਂਦਾ। ਅੱਛਾ। ਹਾਂ। ਰੋਜ਼ਾਨਾ ਕੀ ਜਾਂ 2 ਦਿਨਾਂ ਬਾਅਦ? ਨਹੀਂ, ਇਹ ਹੁਣ ਜਿਹੜਾ ਵਕਤ ਆ ਗਿਆ, ਹੁਣ ਤੇ ਪਹਿਲੇ ਤੇ ਅਸੀਂ 3-4 ਦਿਨ ਤੋਂ ਬਾਅਦ ਨਹਾਉਂਦੇ ਰਹੇ ਹਾਂ। ਹਾਂਜੀ। ਹੁਣ ਜਿਹੜਾ ਮੌਸਮ ਆ ਗਿਆ, ਹੁਣ ਰੁਟੀਨ ਨਾਲ ਨਹਾਲੀਆਂ ਨੇ ਇੱਕ ਟਾਈਮ। ਜਿਸ ਵੇਲੇ ਹੁਣ ਫਿਰ ਵਾਢੀਆਂ ਆ ਗਈਆਂ ਕਣਕਾਂ ਦੀਆਂ, ਫਿਰ ਉਹਦੇ ਤੋਂ ਬਾਅਦ 2 ਟਾਈਮ ਸ਼ੁਰੂ ਕਰ ਦੇਣੀਆਂ। ਨਹਾਲਣ ਨਾਲ ਕੋਈ ਫਰਕ ਪੈਂਦਾ ਹੈ ਕਿ ਜਾਂ ਵੈਸੇ ਹੀ ਗਰਮੀ ਤੋਂ ਬਚਾਉਣ ਲਈ? ਨਹੀਂ, ਗਰਮੀ ਤੋਂ ਵੀ ਬਚਾਉਣ ਲਈ ਸਾਫ਼ ਜ਼ਾਹਿਰ ਹੈ ਕਿ ਉਹਦੀ ਸਿਹਤ ਠੀਕ ਹੋਏਗੀ ਤਾਂ ਦੁੱਧ ਵੀ ਜ਼ਿਆਦਾ ਦੇਗੀ। ਠੀਕ ਹੈ, ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਮੱਝ ਦੀ ਸਿਹਤ ਹੋਏ ਤਾਂ ਦੁੱਧ ਚੰਗਾ ਦੇਗੀ। ਹਾਂ, ਬਿਲਕੁਲ। ਇਹ ਨਸਲ ਦਾ ਵੀ ਫਰਕ ਹੁੰਦਾ ਹੈ? ਨਸਲ ਦਾ ਵੀ ਫਰਕ ਹੁੰਦਾ ਹੈ। ਅੱਛਾ। ਹਾਂ। ਅੱਛਾ, ਜਿਹੜੀ ਤੁਸੀਂ ਨਸਲ ਦੱਸਦੇ ਪਿਓ ਆਰਫ ਵਾਲੇ ਦੀ? ਹਾਂਜੀ, ਆਰਫ ਵਾਲੇ ਦੀ। ਆਰਫ ਵਾਲੇ ਦੀ ਚੰਗੀ ਨਸਲ ਹੈ? ਹਾਂ। ਇਹਦੀ ਕੋਈ ਖੂਬੀ ਦੱਸ ਸਕਦੇ ਹੋ ਸਾਨੂੰ? ਖੂਬੀ ਦੱਸ ਸਕਨੇ, ਇੱਕ ਤੇ ਇਹਦੇ ਸਿੰਘ ਵੀ ਛੋਟੇ ਛੋਟੇ ਹੁੰਦੇ ਨੇ, ਰੁਟੀਨ ਨਾਲ ਆਮ ਉਮਰ ਨਾਲ ਵੱਧਦੇ ਨਹੀਂ। ਦੂਸਰਾ, ਥਣ ਲੰਮੇ ਨਹੀਂ ਕਰਦੀ। ਅੱਛਾ। ਹਾਂ, ਇਹ 2 ਖੂਬੀਆਂ ਨੇ ਯਾਨੀ ਇਹਦੀ। ਹਾਂਜੀ, ਇੱਕ ਤੇ ਸਿੰਘ ਨਹੀਂ ਬੜੇ ਕਰਦੀ, ਦੂਸਰੇ ਨੰਬਰ ਤੇ ਇਹਦੇ ਸਿੰਘ ਵੀ ਗੋਲ ਹੁੰਦੇ ਨੇ, ਤੇ ਦੂਸਰੇ ਨੰਬਰ ਤੇ ਥਣ ਬਹੁਤੇ ਲੰਮੇ ਨਹੀਂ ਕਰਦੀ। ਯਾਨੀ ਕੁੰਡੇ ਸਿੰਘਾਂ ਵਾਲੀ? ਸਿੰਘਾਂ ਕੁੰਡਿਆਂ ਵਾਲੀ। ਤੇ ਕਲਰ ਇਹਦਾ ਕਿੰਜ ਦਾ ਹੁੰਦਾ ਹੈ? ਕਲਰ ਤਕਰੀਬਨ ਇਹਦਾ ਕਾਲਾ ਵੀ ਹੁੰਦਾ, ਕਈਆਂ ਮੱਝਾਂ ਦਾ ਜਿਹੜਾ ਉਹ ਥੋੜਾ ਬਹੁਤਾ ਮੱਥਾ ਵੀ ਸਫੇਦ ਹੁੰਦਾ ਹੈ। ਅੱਛਾ, ਮਾਸ਼ਾਅੱਲਾ 15 ਸਾਲਾਂ ਦਾ ਤਜਰਬਾ ਹੈ ਤੁਹਾਡਾ। ਮੋਟੀਆਂ ਬਿਮਾਰੀਆਂ ਅਸੀਂ ਤੁਹਾਡੇ ਨਾਲ ਜ਼ਿਕਰ ਕਰਨੇ ਆ, ਜਿਵੇਂ ਕਿ ਗਲ ਘੋਟੂ, ਠੋਰ, ਹਾਂਜੀ, ਪਿੱਛਾ ਦੇਣਾ ਮੱਝ ਦਾ, ਹਾਂਜੀ, ਇਹ ਬਿਮਾਰੀਆਂ ਮੱਝਾਂ ਨੂੰ ਕਿਹੋ ਜਿਹੀਆਂ ਸਮਝਦੇ ਤੁਸੀਂ ਇਹ ਬਿਮਾਰੀਆਂ? ਇਹ ਜਿਹੜੀ ਪਿੱਛੇ ਵਾਲੀ ਮੱਝ ਹੈ ਉਹ ਤੇ ਜ਼ਿਆਦਾਤਰ ਗਰਮੀਆਂ ਦੇ ਮੌਸਮ ਤੇ ਹੋ ਜਾਂਦਾ, ਜਿਸ ਤਰ੍ਹਾਂ ਸਾਉਣ ਭਾਦਰੋਂ ਆਉਣਾ। ਹਾਂਜੀ। ਇਹਦੇ 'ਚ ਜ਼ਿਆਦਾਤਰ ਹੁੰਦਾ। ਵੈਸੇ ਤੇ ਕਦੇ ਐਸਾ ਨਹੀਂ ਆਇਆ। ਇਸ ਤਰ੍ਹਾਂ ਦਾ ਜਾਨਵਰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ? ਪਿੱਛੇ ਵਾਲਾ ਜਾਨਵਰ ਕੋ ਤੇ ਡਰ ਹੀ ਲੱਗਦਾ ਜੀ। ਇਹਦਾ ਕੋਈ ਇਲਾਜ ਨਹੀਂ? ਇਹਦਾ ਪੱਕਾ ਇਲਾਜ ਕੋਈ ਨਹੀਂ। ਯਾਨੀ ਕਿ ਟੋਟਕਾ ਛੋਟਕਾ ਹੀ ਹੈ? ਹਾਂ, ਟੋਟਕਾ ਛੋਟਕਾ ਇਹ ਹੈ ਵੀ ਜੇ ਉਹ ਗਰਮੀ ਤੋਂ ਮਾਰਦੀ ਹੈ, ਹਾਂਜੀ, ਤੇ ਉਹਨੂੰ ਠੰਡੀਆਂ ਚੀਜ਼ਾਂ ਦਿੰਦੇ ਆ, ਮਤਲਬ ਹੈ ਕੌੜਾ ਤੇਲ ਦਿੰਦੇ ਆ। ਅੱਛਾ। ਜੇ ਉਹ ਸਮਝਦੇ ਹੋ ਵੀ ਉਹਦੇ ਨਾਲ ਸੈੱਟ ਨਹੀਂ ਹੁੰਦੀ, ਫਿਰ ਅਸੀਂ ਗੁੜ ਦਿੰਦੇ ਆ, ਫਿਰ ਉਹ ਗੁੜ ਨਾਲ ਵੀ ਸੈੱਟ ਹੋ ਜਾਂਦੀਆਂ ਨੇ। ਠੀਕ ਹੈ। ਯਾਨੀ ਪੱਕਾ ਇਲਾਜ ਨਹੀਂ, ਲੇਕਿਨ ਪੱਕਾ ਇਲਾਜ ਤੇ ਤਾਂ ਡਾਕਟਰ ਵੀ ਨਹੀਂ ਜਾਣਦੇ। ਅੱਛਾ। ਤੇ ਜਿਹੜੀਆਂ ਦੂਸਰੀਆਂ ਠੋਰ ਤੇ ਗਲ ਘੋਟੂ ਹੈ, ਇਹ ਅਸੀਂ ਇਹਦੇ ਫਸਟ ਟੀਕੇ ਲਵਾਉਂਦੇ ਆ ਅਸੀਂ 6 ਮਹੀਨੇ ਤੋਂ ਬਾਅਦ। 6 ਮਹੀਨੇ ਤੋਂ ਬਾਅਦ? ਹਾਂਜੀ। ਸਰਕਾਰੀ ਤੌਰ ਤੇ ਡਾਕਟਰ ਆਂਦਾ ਹੈ ਕਿ ਜਾਂ ਪ੍ਰਾਈਵੇਟ ਹੀ ਆਂਦਾ? ਨਹੀਂ, ਉਹਨਾਂ ਦੇ ਸਰਕਾਰੀ ਚਾਹੀਦਾ, ਲੇਕਿਨ ਅਸੀਂ ਪ੍ਰਾਈਵੇਟ ਕੋਲੋਂ ਹੀ ਲਵਾ ਲੈਂਦੇ ਆ। ਕਿੰਨੇ ਕੁ ਪੈਸੇ ਲੈ ਜਾਂਦਾ ਇੰਨੇ ਡੰਗਰਾਂ ਦੇ? ਉਹ ਹੈ ਕੋਈ ਆਈਡੀਆ? ਉਹ ਅਸੀਂ ਬੋਤਲ ਲੈ ਆਉਂਦੇ ਆ। ਹਾਂਜੀ। ਉਹਦੇ ਕਹਿਣ ਦੇ ਮੁਤਾਬਕ ਤੇ ਅਸੀਂ ਆਪੇ ਟੀਕਾ ਲੈਣਾ। ਮੱਝਾਂ ਜਿਹੜੀਆਂ ਨੇ ਇੱਕ ਦੇ ਟੀਕਾ ਲਾਓ ਤੇ ਦੂਸਰੀ ਮੱਝ ਜਿਹੜੀ ਉਹ ਤਰਾਂਦੀ ਹੈ। ਅੱਛਾ, ਆਪੇ ਲਾ ਲੈਂਦੇ? ਆਪੇ ਲਾ ਲੈਂਦੇ। ਉਹ ਚੰਗਾ ਹੈ। ਹਾਂ।
ਆਪੇ ਇਲਾਜ ਦਾ ਮੱਝ ਨਹੀਂ ਡਰਦੀ। ਉਹਨੂੰ ਪੁੱਛਨੇ ਆ ਤੇ ਉਹ ਫਿਰ ਦੱਸਦਾ ਵੀ ਜਿਹੜਾ ਇਸ ਕਿਸਮ ਦਾ ਡੰਗਰ ਹੈ ਜਿਹਦਾ ਇੰਨਾ ਗੋਸ਼ਤ ਹੈ ਉਹਦੇ 'ਚ ਐਨੀ ਸੀਸੀ ਲਾਣਾ 10 ਸੀਸੀ ਲਾਣਾ, ਜਿਹੜਾ ਬਹੁਤਾ ਛੋਟਾ ਜਿਸ ਤਰ੍ਹਾਂ ਹੁਣ ਇਹ ਝੋਟੀਆਂ ਨੇ ਇਹਨਾਂ ਦਾ ਜਿਹੜਾ ਉਹ 8 ਸੀਸੀ ਲਾਣਾ, ਜਿਹੜਾ ਇਹਦੇ ਤੋਂ ਛੋਟੇ ਨੇ ਇਹਨਾਂ 'ਚ 2-2 2.5 ਸੀਸੀ ਲਾਣਾ। ਠੀਕ ਹੈ, ਮਾਸ਼ਾਅੱਲਾ ਇਸ ਪੋਤੇ ਨੂੰ ਇਸ ਤਰਫ ਲੈ ਕੇ ਆ ਰਹੇ ਹੋ। ਹਾਂਜੀ। ਅੱਛਾ, ਯਾਨੀ ਇਹ ਕੰਮ ਤੁਸੀਂ ਬਿਹਤਰ ਸਮਝਦੇ ਹੋ ਤਾਂ ਲਿਆਂਦੇ ਪਏ ਨੂੰ ਇੱਧਰ? ਹਾਂਜੀ, ਬਿਹਤਰ ਸਮਝਨੇ ਜੀ। ਕੰਮ 'ਚ ਫਾਇਦਾ ਵੀ ਹੈ? ਹਾਂ, ਫਾਇਦਾ ਵੀ ਹੈ। ਕਿੰਨਾ ਫਾਇਦਾ ਹੋ ਜਾਂਦਾ? ਫਾਇਦਾ ਤਕਰੀਬਨ ਅਸੀਂ ਦੁੱਧ ਜਿਹੜਾ ਉਹ 1.5 ਮਣ ਦੇ ਲੈਂਦੇ ਆ, 7-8 ਮੱਝਾਂ ਸੂਈ ਦੀਆਂ ਨੇ, ਬਾਕੀ ਸੂਣ ਵਾਲੀਆਂ ਨੇ। 1.5 ਮਣ 'ਚ ਬਚਤ ਕਿੰਨੀ ਕੁ ਹੈ? ਹਾਂਜੀ, 1.5 ਮਣ 'ਚ ਬਚਤ ਕਿੰਨੀ? ਅਸੀਂ ਸਿਰਫ ਵੰਡਾ ਹੀ ਲਿਆਨੇ ਆ ਮੁੱਲ, ਬਾਕੀ ਪੱਠੇ ਦੇ ਇੱਥੇ ਜ਼ਮੀਨ ਸਾਡੀ ਆਪਣੀ ਹੈ। ਅੱਛਾ, ਹਾਂ, ਅਸੀਂ ਮੁੱਲ ਪੱਠੇ ਨਹੀਂ ਲੈਂਦੇ। ਮਾਸ਼ਾਅੱਲਾ ਕੀ ਨਾਂ ਜੇ ਇਹਦਾ? ਇਹਦਾ ਨਾਂ ਹੈ ਜੀ ਯਾਸਰ ਰਹਿਮਾਨ। ਅੱਛਾ ਯਾਸਰ ਸਾਹਿਬ, ਇਸ ਕੰਮ ਨੂੰ ਕੀ ਸਮਝਦੇ ਹੋ? ਇਹ ਔਖਾ ਹੈ ਜਾਂ ਸੌਖਾ ਹੈ? ਸਹੀ ਸਹੀ ਹੈ। ਤੇਰੇ ਨਜ਼ਦੀਕ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਕਰਨਾ ਚਾਹੀਦਾ। ਕਰਨਾ ਚਾਹੀਦਾ। ਪੜ੍ਹਾਈ ਵਾਲੀ ਸਾਈਡ ਤੇ ਕਿਉਂ ਨਹੀਂ ਗਿਆ ਤੂੰ? ਆਪਣਾ ਕੀਮਤੀ ਵਕਤ ਦੀ ਤਾਂ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।